ਅਸਲਾਮੁਅਲੈकुम ਵਰਹਿਮਤੁल्लाह। ਅਕਬਰ ਬਾਦਸ਼ਾਹ ਦੇ ਦੋ ਵਜ਼ੀਰ ਸਨ। ਇੱਕ ਦਾ ਨਾਂ ਹੈਗਾ ਸੀ ਮੁੱਲਾ ਪਿਆਜ਼ਾ ਤੇ ਦੂਸਰੇ ਦਾ ਨਾਂ ਬੀਰਬਲ ਸੀ। ਜਿਹੜਾ ਮੁੱਲਾ ਪਿਆਜ਼ਾ ਸੀ ਇਹ ਮੁਸਲਮਾਨ ਸੀ ਤੇ ਬੀਰਬਲ ਮੁਸਲਮਾਨ ਨਹੀਂ ਸੀ, ਉਹ ਗੈਰ ਮੁਸਲਮ ਸੀ। ਇੱਕ ਦਿਨ ਬਾਦਸ਼ਾਹ ਬੀਰਬਲ ਨੂੰ ਕਹਿੰਦਾ ਹੈ ਵੀ ਮੈਨੂੰ ਕੋਈ ਔਖਾ ਕੰਮ ਦੱਸ। ਮਤਲਬ ਗੱਲ ਕਰਨ ਦਾ ਇਹ ਸੀ ਵੀ ਮੈਂ ਬਾਦਸ਼ਾਹ, ਮੈਂ ਔਖੇ ਤੋਂ ਔਖਾ ਕੰਮ ਵੀ ਕਰ ਸਕਦਾ। ਬੀਰਬਲ ਨੇ ਕਿਹਾ, ਬਾਦਸ਼ਾਹ ਸਲਾਮਤ, ਕੰਮ ਬੜੇ ਔਖੇ ਔਖੇ ਪਏ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਕੰਮ ਇਹ ਆ ਵੀ ਕਿਸੇ ਕੋਲੋਂ ਰਿਸ਼ਤਾ ਲੈਣਾ, ਸਾਕ ਲੈਣਾ। ਬਾਦਸ਼ਾਹ ਨੇ ਕਿਹਾ, ਇਹ ਕਿਹੜਾ ਮੁਸ਼ਕਲ ਕੰਮ ਹੈ? ਮੇਰੇ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਦਾ, ਮੈਂ ਜਿੰਦੇ ਕੋਲੋਂ ਮਰਜ਼ੀ ਰਿਸ਼ਤਾ ਲੈ ਸਕਣਾ, ਸ਼ਾਦੀ ਕਰਵਾ ਸਕਣਾ, ਮੈਂ ਬਾਦਸ਼ਾਹ। ਬੀਰਬਲ ਨੇ ਕਿਹਾ ਵੀ ਇਹ ਬੜਾ ਮੁਸ਼ਕਲ ਕੰਮ ਹੈ, ਜਦੋਂ ਕਿਸੇ ਕੋਲੋਂ ਰਿਸ਼ਤਾ ਲਈਏ ਤੇ ਫਿਰ ਪਤਾ ਲੱਗਦਾ ਹੈ ਵੀ ਰਿਸ਼ਤਾ ਮਿਲਿਆ ਹੈ ਕਿ ਨਹੀਂ ਮਿਲਿਆ। ਬਾਦਸ਼ਾਹ ਨੇ ਕਿਹਾ, ਤੂੰ ਦੱਸ ਮੈਂ ਕਿਹਦੇ ਕੋਲੋਂ ਰਿਸ਼ਤਾ ਲਵਾਂ? ਬੀਰਬਲ ਨੇ ਕਿਹਾ, ਬਾਦਸ਼ਾਹ ਸਲਾਮਤ, ਅਗਰ ਤੁਸੀਂ ਤਜਰਬਾ ਕਰਨਾ ਹੀ ਚਾਹਦੇ ਜੇ ਤੇ ਇਹ ਜਿਹੜਾ ਆਪਣੇ ਸਿੰਧ ਦੇ ਵਿੱਚ ਬੰਦਾ ਝਾੜੂ ਦਿੰਦਾ ਹੈ ਪਿਆ, ਇਹਦੇ ਕੋਲੋਂ ਰਿਸ਼ਤਾ ਲੈ ਕੇ ਵਹਾਓ। ਬਾਦਸ਼ਾਹ ਨੇ ਕਿਹਾ, ਇਹ ਕਿਹੜਾ ਮੁਸ਼ਕਲ ਕੰਮ ਤੂੰ ਮੈਨੂੰ ਦੱਸਿਆ? ਜਾ ਉਹਨੂੰ ਬੁਲਾ ਕੇ ਲਿਆ। ਉਹਨੂੰ ਬੁਲਾਇਆ ਗਿਆ। ਉਹ ਜਿਹੜਾ ਬੰਦਾ ਝਾੜੂ ਦਿੰਦਾ ਸੀ ਪਿਆ, ਬਾਦਸ਼ਾਹ ਨੇ ਉਹਨੂੰ ਕਿਹਾ ਵੀ ਤੂੰ ਆਪਣੀ ਬੇਟੀ ਦਾ ਰਿਸ਼ਤਾ ਮੈਨੂੰ ਦੇ ਛੱਡ, ਮੈਂ ਸ਼ਾਦੀ ਕਰਾਉਣੀ ਚਾਹਨਾ। ਉਸ ਝਾੜੂ ਵਾਲੇ ਬੰਦੇ ਨੇ ਕਿਹਾ ਵੀ ਬਾਦਸ਼ਾਹ ਸਲਾਮਤ, ਮੈਨੂੰ ਕੋਈ ਸੋਚਣ ਦਾ ਮੌਕਾ ਦਿੱਤਾ ਜਾਏ। ਬਾਦਸ਼ਾਹ ਨੇ ਕਿਹਾ ਵੀ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ? ਮੈਂ ਬਾਦਸ਼ਾਹ, ਤੇਰੀ ਬੇਟੀ ਜਿਹੜੀ ਉਹਨੂੰ ਮਲਕਾ ਬਣਾ ਕੇ ਰੱਖਾਂਗਾ, ਤੈਨੂੰ ਵੀ ਕੋਈ ਵਜ਼ਾਰਤ ਦੇ ਦੇਵਾਂਗਾ। ਜ਼ਿੰਦਗੀ ਜਿਹੜੀ ਤੁਹਾਡੀ ਗੁਰਬਤ ਦੇ ਵਿੱਚ ਗੁਜ਼ਰਦੀ ਪਈ, ਉਹ ਅਮੀਰਾਨਾ ਠਾਠ ਬਾਠ ਦੇ ਵਿੱਚ ਤਬਦੀਲ ਹੋ ਜਾਏਗੀ। ਲੇਕਿਨ ਉਸ ਝਾੜੂ ਵਾਲੇ ਬੰਦੇ ਨੇ ਇਹ ਕਿਹਾ ਵੀ ਨਹੀਂ, ਮੈਂ ਸੋਚ ਕੇ ਤੇ ਫਿਰ ਇਹਦਾ ਜਵਾਬ ਦੇਵਾਂਗਾ। ਬਾਦਸ਼ਾਹ ਨੇ ਕਿਹਾ ਵੀ ਠੀਕ ਹੈ, ਤੂੰ ਸੋਚ ਲੈ, ਕੋਈ ਐਸੀ ਗੱਲ ਨਹੀਂ। ਜਦੋਂ ਛੁੱਟੀ ਦਾ ਵਕਤ ਹੋਇਆ ਤੇ ਉਹ ਝਾੜੂ ਵਾਲਾ ਬੰਦਾ ਛੁੱਟੀ ਕਰਕੇ ਚਲਾ ਗਿਆ। ਦੂਸਰੇ ਦਿਨ ਕੰਮ ਦੇ ਵਕਤ ਉਹ ਬੰਦਾ ਕੰਮ ਤੇ ਨਾ ਆਇਆ। ਬਾਦਸ਼ਾਹ ਜਿਹੜੇ ਉਹਦੇ ਇੰਤਜ਼ਾਰ ਦੇ ਵਿੱਚ ਸੀ ਵੀ ਉਹ ਆਵੇ ਤਾਂ ਉਹਨੇ ਸੋਚ ਲਿਆ ਹੋਵੇਗਾ, ਮੈਨੂੰ ਦੱਸੇ। ਲੇਕਿਨ ਬਾਦਸ਼ਾਹ ਜਿਹੜੇ ਇਸ ਖੁਸ਼ ਫਹਿਮੀ ਦੇ ਵਿੱਚ ਸੀ ਵੀ ਉਸ ਨੇ ਆਣ ਕੇ ਹਾਂ ਹੀ ਕਰਨੀ ਹੈ, ਇੰਨੀਆਂ ਅੱਛੀਆਂ ਥਾਵਾਂ ਤੇ ਅਮੀਰਾਨਾ ਠਾਠ ਬਾਠ, ਉਹਨੂੰ ਕੋਈ ਵੀ ਠਕਰਾ ਨਹੀਂ ਸਕਦਾ। ਲੇਕਿਨ ਉਹ ਕੰਮ ਤੇ ਜਦੋਂ ਨਾ ਆਇਆ ਤੇ ਬਾਦਸ਼ਾਹ ਸਲਾਮਤ ਨੇ ਆਪਣੇ ਵਜ਼ੀਰ ਬੀਰਬਲ ਨੂੰ ਪੁੱਛਿਆ ਵੀ ਉਹ ਆਪਣਾ ਬੰਦਾ ਝਾੜੂ ਵਾਲਾ ਆਇਆ ਨਹੀਂ ਦਾ। ਬੀਰਬਲ ਨੇ ਕਿਹਾ ਵੀ ਕੋਈ ਉਹਨੂੰ ਕੰਮ ਪੈ ਗਿਆ ਹੋਵੇਗਾ, ਕੋਈ ਐਸੀ ਗੱਲ ਨਹੀਂ, ਕੱਲ ਆ ਜਾਏਗਾ। ਉਹ ਸਾਰਾ ਦਿਨ ਗੁਜ਼ਰ ਗਿਆ ਤੇ ਬਾਦਸ਼ਾਹ ਦਾ ਉਹ ਦਿਨ ਇੰਤਜ਼ਾਰ ਦੇ ਵਿੱਚ ਹੀ ਗੁਜ਼ਰ ਗਿਆ। ਦੂਸਰਾ ਦਿਨ ਚੜ ਪਿਆ ਤੇ ਕੰਮ ਤੇ ਉਹ ਫਿਰ ਨਾ ਆਇਆ। ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ ਵੀ ਬੀਰਬਲ, ਉਹ ਬੰਦਾ ਕੰਮ ਤੇ ਅੱਜ ਵੀ ਨਹੀਂ ਆਇਆ। ਬੀਰਬਲ ਨੇ ਕਿਹਾ ਵੀ ਸ਼ਾਇਦ ਉਹਦੀ ਤਬੀਅਤ ਖਰਾਬ ਹੋ ਗਈ ਹੋਵੇ ਜਾਂ ਕੋਈ ਮਸਲਾ ਬਣ ਗਿਆ ਹੋਵੇਗਾ ਤੇ ਆ ਜਾਏਗਾ। ਬੀਰਬਲ ਆਪਣੇ ਦਿਲ ਦੇ ਵਿੱਚ ਹੀ ਹੱਸਦਾ ਸੀ, ਉਹਨੂੰ ਇਹ ਸਾਰੀ ਗੱਲ ਦੀ ਸਮਝ ਸੀ ਵੀ ਉਹਨੇ ਕੰਮ ਤੇ ਨਹੀਂ ਆ। ਅੱਗੋਂ ਤੀਸਰਾ ਦਿਨ ਚੜ ਪਿਆ ਤੇ ਕੰਮ ਤੇ ਉਹ ਨਾ ਆਇਆ। ਬਾਦਸ਼ਾਹ ਨੇ ਇੱਕ ਆਦਮੀ ਦੀ ਡਿਊਟੀ ਲਾਈ ਵੀ ਜਾ ਉਸ ਬੰਦੇ ਨੂੰ ਬੁਲਾ ਕੇ ਲਿਆ ਤੇ ਉਹਨੂੰ ਪੁੱਛ ਵੀ ਤੂੰ ਕੰਮ ਤੇ ਕਿਉਂ ਨਹੀਂ ਆਉਂਦਾ ਪਿਆ। ਜਦੋਂ ਮੈਸੇਜ ਉਹਦੇ ਕੋਲ ਗਿਆ
ਕਿ ਉਹ ਝਾੜੂ ਵਾਲੇ ਬੰਦੇ ਨੇ ਇਹ ਜਵਾਬ ਦਿੱਤਾ ਵੀ ਮੈਂ ਕੰਮ ਤੇ ਨਹੀਂ ਆਉਣਾ ਤੇ ਬਾਦਸ਼ਾਹ ਨੂੰ ਕਹਿ ਦੇਂ ਵੀ ਮੈਂ ਰਿਸ਼ਤਾ ਵੀ ਨਹੀਂ ਦੇਣਾ। ਉਸ ਬੰਦੇ ਨੇ ਆਣ ਕੇ ਜਦੋਂ ਬਾਦਸ਼ਾਹ ਨੂੰ ਦੱਸਿਆ ਵੀ ਉਸ ਬੰਦੇ ਨੇ ਕੰਮ ਤੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਤੇ ਰਿਸ਼ਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਬਾਦਸ਼ਾਹ ਬੜਾ ਹੈਰਾਨ ਤੇ ਪਰੇਸ਼ਾਨ ਹੋਇਆ। ਬੀਰਬਲ ਨੇ ਕਿਹਾ, ਬਾਦਸ਼ਾਹ ਸਲਾਮਤ, ਰਿਸ਼ਤੇ ਲੈਣੇ ਏਡੇ ਸੌਖੇ ਨਹੀਂ ਹੁੰਦੇ। ਆਪਣੀ ਤਾਕਤ ਤੇ ਜਾਂ ਦੌਲਤ ਤੇ ਜਾਂ ਤਾਲੀਮ ਤੇ ਕੋਈ ਬੰਦਾ ਵੀ ਰਿਸ਼ਤਾ ਕਿਸੇ ਕੋਲੋਂ ਨਹੀਂ ਲੈ ਸਕਦਾ। ਤੇ ਜਦੋਂ ਧੀਆਂ ਜਿਹੜੀਆਂ ਨੇ ਉਹ ਵਿਆਹਣੀਆਂ ਹੋਣ ਤੇ ਮਾਪੇ ਜਿਹੜੇ ਹੁੰਦੇ ਨੇ ਉਹ 100 ਤਰੀਕੇ ਨਾਲ ਇਹ ਫੈਸਲਾ ਜਿਹੜਾ ਹੈ ਉਹਨੂੰ ਕੰਪਲੀਟ ਕਰਦੇ ਨੇ। ਬਾਦਸ਼ਾਹ ਨੇ ਕਿਹਾ ਵੀ ਜਾਓ ਉਹਨੂੰ ਬੁਲਾ ਕੇ ਲਿਆਓ, ਮੇਰੀ ਆਣ ਕੇ ਗੱਲ ਸੁਣੇ। ਉਹਨੂੰ ਬੁਲਾਇਆ ਗਿਆ। ਉਹ ਝਾੜੂ ਵਾਲਾ ਬੰਦਾ ਆਣ ਕੇ ਹਾਜ਼ਰ ਹੋ ਗਿਆ ਤੇ ਬਾਦਸ਼ਾਹ ਨੇ ਕਿਹਾ ਵੀ ਠੀਕ ਹੈ, ਤੂੰ ਕੰਮ ਤੇ ਵੀ ਨਹੀਂ ਆਉਣਾ ਤੇ ਨਾ ਆਵੀਂ ਕਰੀ, ਰਿਸ਼ਤਾ ਵੀ ਨਹੀਂ ਦੇਣਾ ਤੇ ਨਾ ਦੇਵੀਂ, ਲੇਕਿਨ ਮੈਨੂੰ ਇੱਕ ਗੱਲ ਸਮਝਾ ਦੇ ਵੀ ਇਹ ਰਿਸ਼ਤਾ ਜਿਹੜਾ ਹੈ ਇਹਦਾ ਇਨਕਾਰ ਤੂੰ ਕਿਉਂ ਕੀਤਾ ਹੈ। ਉਸ ਝਾੜੂ ਵਾਲੇ ਬੰਦੇ ਨੇ ਕਿਹਾ ਵੀ ਅਸੀਂ ਗਰੀਬ ਆਦਮੀ ਆ ਤੇ ਮੈਨੂੰ ਇਹ ਰਿਸ਼ਤਾ ਜਿਹੜਾ ਹੈ ਨਾ ਇਹ ਵਾਰਾ ਨਹੀਂ ਖਾਂਦਾ। ਇੱਕ ਤਾਂ ਆਪਣੀ ਬਰਾਦਰੀ ਜਿਹੜੀ ਹੈ ਉਹ ਮਿਲਦੀ ਨਹੀਂ ਦੀ, ਦੂਸਰਾ ਤੁਸੀਂ ਬਹੁਤ ਅਮੀਰ ਜੇ ਤੇ ਮੈਂ ਬਹੁਤ ਗਰੀਬ ਆ, ਆਪਣਾ ਇਹ ਮੈਚ ਨਹੀਂ ਹੋ ਸਕਦਾ। ਇਹ ਗੱਲ ਦਾ ਜਵਾਬ ਦੇ ਕੇ ਤੇ ਉਹ ਝਾੜੂ ਵਾਲਾ ਬੰਦਾ ਚਲਾ ਗਿਆ ਤੇ ਉਹਨੇ ਰਿਸ਼ਤਾ ਨਾ ਦਿੱਤਾ। ਉਹਦੇ ਜਾਣ ਤੋਂ ਬਾਅਦ ਬੀਰਬਲ ਨੇ ਕਿਹਾ ਬਾਦਸ਼ਾਹ ਨੂੰ ਵੀ ਮੈਂ ਤੁਹਾਨੂੰ ਇਹ ਪਹਿਲੋਂ ਵੀ ਕਹਿ ਦਿੱਤਾ ਸੀ ਵੀ ਰਿਸ਼ਤੇ ਲੈਣੇ ਇੰਨੇ ਆਸਾਨ ਨਹੀਂ ਹੁੰਦੇ। ਹੁਣ ਤੁਸੀਂ ਤਜਰਬਾ ਕਰ ਲਿਆ ਵੀ ਰਿਸ਼ਤਾ ਏਡੀ ਆਸਾਨੀ ਨਾਲ ਬੰਦਾ ਨਹੀਂ ਲੈ ਸਕਦਾ। ਹੁਣ ਮੌਜੂਦਾ ਦੌਰ ਦੇ ਵਿੱਚ ਵੀ ਅਗਰ ਕਿਸੇ ਦੇ ਬੱਚੇ ਕਾਫੀ ਅੱਛੀ ਤਾਲੀਮ ਹਾਸਲ ਕਰ ਲੈਂਦੇ ਨੇ, ਅੱਛੀਆਂ ਪੋਸਟਾਂ ਤੇ ਵੀ ਉਹ ਚਲੇ ਜਾਂਦੇ ਨੇ, ਉਹਨਾਂ ਦੇ ਦਿਲ ਦੇ ਵਿੱਚ ਇੱਕ ਤਕੱਬਰ ਛਾ ਜਾਂਦਾ ਹੈ। ਉਹ ਦਿਲ ਦੇ ਵਿੱਚ ਸੋਚਦੇ ਨੇ ਵੀ ਸਾਡੇ ਇੰਨੇ ਪੜ੍ਹੇ ਲਿਖੇ ਮੁੰਡੇ ਨੇ, ਇੰਨੀਆਂ ਅੱਛੀਆਂ ਨੌਕਰੀਆਂ ਨੇ ਉਹਨਾਂ ਕੋਲ, ਤੇ ਰਿਸ਼ਤੇ ਹੁਣ ਸਾਡੇ ਘਰ ਦੇ ਵਿੱਚ ਆਵਣ ਦੇ, ਅਸੀਂ ਕਿਤੋਂ ਰਿਸ਼ਤਾ ਪੁੱਛਣ ਨਹੀਂ ਜਾਣਾ। ਇਹ ਗੱਲ ਸੋਚਦਿਆਂ ਸੋਚਦਿਆਂ ਮਾਪੇ ਆਪਣੀ ਔਲਾਦ ਦੀ ਉਮਰ ਜ਼ਿਆਦਾ ਕਰ ਲੈਂਦੇ ਨੇ। ਜਿਹੜੇ ਜਿਹੜੇ ਲੋਕ ਮੇਰੀ ਇਹ ਗੱਲ ਸੁਣਦੇ ਨੇ ਪਏ, ਉਹ ਆਪਣੇ ਦਿਲ ਦੇ ਵਿੱਚ ਜਿਹੜੀ ਉਹਨਾਂ ਇਹ ਗੱਲ ਸਮਾਈ ਏ ਇਹ ਕੱਢ ਲਵਣ ਤੇ ਰਿਸ਼ਤੇ ਪੁੱਛਣ ਤੋਂ ਬਗੈਰ ਰਿਸ਼ਤੇ ਨਹੀਂ ਮਿਲਦੇ ਹੁੰਦੇ। ਮਾੜੇ ਤੋਂ ਮਾੜਾ ਬੰਦਾ ਵੀ ਜਿਹੜਾ ਹੈ ਨਾ, ਉਹਦੀ ਵੀ ਧੀ ਉਨੀ ਕੀਮਤੀ ਹੁੰਦੀ ਹੈ ਜਿੰਨੀ ਅਮੀਰ ਆਦਮੀ ਦੀ ਕੀਮਤੀ ਹੈ। ਅੱਜ ਕੋਈ ਅੱਛੇ ਮਕਾਨ ਬਣਾ ਲੈਂਦਾ ਹੈ, ਕਾਰ ਖਰੀਦ ਲੈਂਦਾ ਹੈ, ਕੋਠੀ ਬਣਾ ਲੈਂਦਾ ਹੈ, ਬੰਗਲਾ ਬਣਾ ਲੈਂਦਾ ਹੈ, ਤੇ ਉਹ ਇਸ ਘਮੰਡ ਦੇ ਵਿੱਚ, ਤਕੱਬਰ ਦੇ ਵਿੱਚ ਹੀ ਰਹਿੰਦਾ ਹੈ ਵੀ ਬਸ ਹੁਣ ਰਿਸ਼ਤੇ ਬੜੇ। ਲੇਕਿਨ ਜਦੋਂ ਰਿਸ਼ਤਾ ਕਰੀਏ ਫਿਰ ਪਤਾ ਲੱਗਦਾ ਹੈ ਵੀ ਰਿਸ਼ਤੇ ਬੜੇ ਨੇ ਕਿ ਨਹੀਂ ਬੜੇ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਹੈ ਤੇ ਇਹਨੂੰ ਅੱਗੇ ਸ਼ੇਅਰ ਕਰ ਦੇਣਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਤੇ ਮੇਰੇ ਚੈਨਲ ਦਾ ਨਾਮ ਹੈ ਅਬੂ ਬਕਰ ਅਬਦੁਰ ਰਜ਼ਾਕ। अस्सलाम वालेकुम व रहमतुल्लाह।